ਪੀਟੀਵੀ ਬ੍ਰਾਡਕਾਸਟਿੰਗ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਸਿਮਰਨ ਸੰਧੂ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਕੈਨੇਡਾ ਤੇ ਅੰਤਰਰਾਸ਼ਟਰੀ ਖਬਰਾਂ ਦੇ ਅੱਜ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਹੈ। ਸਭ ਤੋਂ ਪਹਿਲਾਂ ਸ਼ੁਰੂਆਤ ਕਰਦੇ ਹਾਂ ਕੁਝ ਮੁੱਖ ਖਬਰਾਂ ਦੇ ਨਾਲ। ਕੈਲਗਰੀ ਪੁਲਿਸ ਕਰ ਰਹੀ ਇੱਕ ਰਹੱਸਮਈ ਗੋਲੀਬਾਰੀ ਦੀ ਜਾਂਚ। ਕੈਨੇਡਾ 'ਚ ਫੋਰਡ ਨੇ ਕੀਤੇ 1,44,000 ਵਹੀਕਲ ਰੀਕਾਲ। 5 ਜੂਨ ਨੂੰ ਕੈਨੇਡੀਅਨਸ ਨੂੰ ਮਿਲਣਗੇ ਸਰਕਾਰ ਵੱਲੋਂ ਪੈਸੇ। ਮਾਰਕ ਕਾਰਨੀ ਨੇ ਇੱਕ ਨਵੇਂ ਇਨਵੈਸਟਮੈਂਟ ਸਮਿਟ ਦਾ ਕੀਤਾ ਐਲਾਨ। ਤੇ ਹੁਣ ਖਬਰਾਂ ਵਿਸਥਾਰ ਦੇ ਵਿੱਚ। ਕੈਲਗਰੀ ਵਿੱਚ ਪੁਲਿਸ ਇੱਕ ਗੋਲੀਬਾਰੀ ਦੇ ਮਾਮਲੇ ਦੀ ਜਾਂਚ ਕਰ ਰਹੀ ਹੈ, ਜਿੱਥੇ 2 ਵਿਅਕਤੀ ਜ਼ਖਮੀ ਹਾਲਤ ਵਿੱਚ ਹਸਪਤਾਲ ਪਹੁੰਚੇ ਸਨ। ਪੁਲਿਸ ਦੇ ਮੁਤਾਬਿਕ 28 ਮਾਰਚ ਦੀ ਸਵੇਰੇ 2 ਆਦਮੀ ਪੀਟਰ ਲੋਹੇਡ ਸੈਂਟਰ ਪਹੁੰਚੇ ਅਤੇ ਉਹਨਾਂ ਨੂੰ ਗੋਲੀ ਲੱਗਣ ਦੇ ਨਾਲ ਸੱਟਾਂ ਲੱਗੀਆਂ ਹੋਈਆਂ ਸਨ। ਅਧਿਕਾਰੀਆਂ ਨੇ ਵੱਖ-ਵੱਖ ਇਲਾਕਿਆਂ ਵਿੱਚ ਜਾਂਚ ਕੀਤੀ, ਪਰ ਕਿਸੇ ਵੀ ਥਾਂ ਗੋਲੀਬਾਰੀ ਦਾ ਸਬੂਤ ਨਹੀਂ ਮਿਲਿਆ ਅਤੇ ਨਾ ਹੀ ਇਸ ਬਾਰੇ ਕੋਈ ਪਹਿਲਾਂ ਰਿਪੋਰਟ ਦਰਜ ਹੋਈ ਸੀ। ਦੋਵੇਂ ਜ਼ਖਮੀ ਹੁਣ ਹਸਪਤਾਲ ਤੋਂ ਛੁੱਟੀ ਕਰ ਦਿੱਤੇ ਗਏ ਹਨ। ਬਾਅਦ ਵਿੱਚ ਜਾਂਚ ਵਿੱਚ ਪਤਾ ਲੱਗਿਆ ਕਿ ਇਹ ਦੋਵੇਂ ਆਦਮੀ ਉਸ ਰਾਤ ਐਮਪਾਇਰ ਬੈਂਕਟ ਹਾਲ ਵਿੱਚ ਮੌਜੂਦ ਸਨ, ਜੋ 12 ਸਟਰੀਟ ਨਾਰਥ ਈਸਟ ਅਤੇ ਮੈਕਨਾਈਟ ਬੁਲੇਵਰਡ ਦੇ ਨੇੜੇ ਸਥਿਤ ਹੈ। ਸੀਸੀਟੀਵੀ ਫੁਟੇਜ ਵਿੱਚ ਉਹਨਾਂ ਨੂੰ ਅੱਧੀ ਰਾਤ ਤੋਂ ਬਾਅਦ ਉੱਥੋਂ ਨਿਕਲਦੇ ਵੇਖਿਆ ਗਿਆ, ਪਰ ਅਜੇ ਵੀ ਇਹ ਸਪਸ਼ਟ ਨਹੀਂ ਹੈ ਕਿ ਗੋਲੀ ਕਿੱਥੇ ਅਤੇ ਕਦੋਂ ਹੋਈ। ਪੁਲਿਸ ਦਾ ਮੰਨਣਾ ਹੈ ਕਿ ਇਹ ਹਮਲਾ ਨਿਸ਼ਾਨਾ ਬਣਾ ਕੇ ਕੀਤਾ ਗਿਆ ਹੋ ਸਕਦਾ ਹੈ। ਉਹ ਲੋਕਾਂ ਨੂੰ ਅਪੀਲ ਕਰ ਰਹੇ ਹਨ ਕਿ ਜੇ ਕਿਸੇ ਨੇ ਉਸ ਰਾਤ ਕੋਈ ਸ਼ੱਕੀ ਗਤੀਵਿਧੀ ਜਾਂ ਵਾਹਨ ਵੇਖਿਆ ਹੋਵੇ ਤਾਂ ਅੱਗੇ ਆ ਕੇ ਜਾਣਕਾਰੀ ਦੇਣ। ਜਾਣਕਾਰੀ ਦੇਣ ਲਈ ਪੁਲਿਸ ਨੂੰ 403 266 1234 ਤੇ ਸੰਪਰਕ ਕੀਤਾ ਜਾ ਸਕਦਾ ਹੈ। ਗੁਪਤ ਤੌਰ ਤੇ ਜਾਣਕਾਰੀ ਦੇਣ ਲਈ ਕ੍ਰਾਈਮ ਸਟਾਪਰਸ ਨਾਲ ਵੀ ਸੰਪਰਕ ਕੀਤਾ ਜਾ ਸਕਦਾ ਹੈ। ਕੈਨੇਡਾ ਵਿੱਚ ਫੋਰਡ ਮੋਟਰ ਕੰਪਨੀ ਨੇ ਲਗਭਗ 1,44,000 ਫੋਰਡ F-150 ਵਾਹਨਾਂ ਨੂੰ ਰੀਕਾਲ ਕੀਤਾ ਹੈ। ਇਹ ਰੀਕਾਲ 2015 ਤੋਂ 2017 ਮਾਡਲ ਵਾਲੀਆਂ ਉਹ ਗੱਡੀਆਂ ਤੇ ਲਾਗੂ ਹੁੰਦਾ ਹੈ ਜਿਨ੍ਹਾਂ ਵਿੱਚ 6 ਸਪੀਡ ਆਟੋਮੈਟਿਕ ਟਰਾਂਸਮਿਸ਼ਨ ਹੈ। ਕੰਪਨੀ ਦੇ ਮੁਤਾਬਿਕ ਟਰਾਂਸਮਿਸ਼ਨ ਦੇ ਅੰਦਰਲੇ ਇੱਕ ਇਲੈਕਟ੍ਰੋਨਿਕ ਕਨੈਕਸ਼ਨ ਵਿੱਚ ਖਰਾਬੀ ਆ ਸਕਦੀ ਹੈ, ਜਿਸ ਨਾਲ ਗੱਡੀ ਚੱਲਦੇ ਸਮੇਂ ਅਚਾਨਕ ਹੇਠਲੇ ਗੇਅਰ ਵਿੱਚ ਸ਼ਿਫਟ ਹੋ ਸਕਦੀ ਹੈ, ਜਿਸ ਨਾਲ ਡਰਾਈਵਰ ਦੀ ਜਾਨ ਖਤਰੇ ਵਿੱਚ ਪੈ ਸਕਦੀ ਹੈ। ਇਸ ਸਮੱਸਿਆ ਨੂੰ ਠੀਕ ਕਰਨ ਲਈ ਡੀਲਰ ਵਾਹਨ ਦਾ ਸੌਫਟਵੇਅਰ ਅਪਡੇਟ ਕਰਨਗੇ, ਜਿਸ ਨਾਲ ਇਦਾਂ ਦੀ ਗਲਤੀ ਤੋਂ ਬਚਾਅ ਹੋ ਸਕੇਗਾ। ਜੇ ਕਿਸੇ ਵਾਹਨ ਵਿੱਚ ਇਹ ਖਾਸ ਸਮੱਸਿਆ ਪਹਿਲਾਂ ਹੀ ਆ ਚੁੱਕੀ ਹੈ ਤਾਂ ਉਸ ਦਾ ਹਿੱਸਾ ਵੀ ਬਦਲਿਆ ਜਾਵੇਗਾ। ਫੋਰਡ ਨੇ ਵੀ ਸਪਸ਼ਟ ਕੀਤਾ ਹੈ ਕਿ ਇਹ ਸਾਰੀਆਂ ਅਪਡੇਟ ਗਾਹਕਾਂ ਲਈ ਬਿਲਕੁਲ ਮੁਫਤ ਕੀਤੀਆਂ ਜਾਣਗੀਆਂ। ਕੰਪਨੀ ਨੇ ਡਰਾਈਵਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੀ ਗੱਡੀ ਦਾ ਵਿਨ ਨੰਬਰ ਫੋਰਡ ਦੀ ਅਧਿਕਾਰਿਕ ਵੈਬਸਾਈਟ ਤੇ ਚੈੱਕ ਕਰਕੇ ਇਹ ਪਤਾ ਲਗਾਉਣ ਕਿ ਉਹਨਾਂ ਦੀ ਗੱਡੀ ਇਸ ਰੀਕਾਲ ਵਿੱਚ ਸ਼ਾਮਲ ਹੈ ਜਾਂ ਫਿਰ ਨਹੀਂ। ਕੈਨੇਡਾ ਵਿੱਚ ਵੱਧ ਰਹੀਆਂ ਗ੍ਰੋਸਰੀ ਅਤੇ ਘਰੇਲੂ ਖਰਚਿਆਂ ਤੋਂ ਲੋਕਾਂ ਨੂੰ ਕੁਝ ਰਾਹਤ ਦੇਣ ਲਈ ਫੈਡਰਲ ਸਰਕਾਰ ਨੇ ਐਲਾਨ ਕੀਤਾ ਹੈ ਕਿ 5 ਜੂਨ ਨੂੰ 12 ਮਿਲੀਅਨ ਕੈਨੇਡੀਅਨਸ ਨੂੰ ਇੱਕ ਵਾਰ ਦੀ ਵਾਧੂ ਰਕਮ ਦਿੱਤੀ ਜਾਵੇਗੀ। ਇਹ ਭੁਗਤਾਨ ਨਵੇਂ ਕੈਨੇਡਾ ਗ੍ਰੋਸਰੀਜ਼ ਐਂਡ ਐਸੈਂਸ਼ੀਅਲ ਬੈਨੀਫਿਟ ਤੇ ਲਾਗੂ ਹੋਣ ਤੋਂ ਪਹਿਲਾਂ ਦਿੱਤਾ ਜਾ ਰਿਹਾ ਹੈ, ਜੋ ਜੁਲਾਈ ਤੋਂ GST HST ਕ੍ਰੈਡਿਟ ਦੀ ਜਗ੍ਹਾ ਲਵੇਗਾ। ਇਹ ਰਕਮ ਉਹਨਾਂ ਲੋਕਾਂ ਨੂੰ ਆਪਣੇ ਆਪ ਮਿਲੇਗੀ ਜਿਨ੍ਹਾਂ ਨੇ 2024 ਦੀ ਟੈਕਸ ਰਿਟਰਨ ਭਰੀ ਹੈ ਅਤੇ ਜਨਵਰੀ 2026 ਵਿੱਚ GST HST ਕ੍ਰੈਡਿਟ ਲਈ ਯੋਗ ਸਨ। ਇਸ ਨਾਲ ਕਿਸੇ ਵੀ ਵੱਖਰੀ ਐਪਲੀਕੇਸ਼ਨ ਦੇਣ ਦੀ ਲੋੜ ਨਹੀਂ। ਸਰਕਾਰ ਮੁਤਾਬਿਕ ਇਹ ਇੱਕ ਵਾਰ ਦਾ GST HST ਕ੍ਰੈਡਿਟ ਦੇ 50% ਦੇ ਬਰਾਬਰ ਹੋਵੇਗਾ, ਜੋ ਹਰ ਵਿਅਕਤੀ ਦੀ ਆਮਦਨ ਅਤੇ ਪਰਿਵਾਰ ਦੇ ਆਕਾਰ ਅਨੁਸਾਰ ਵੱਖ-ਵੱਖ ਹੋ ਸਕਦਾ ਹੈ। ਜੁਲਾਈ 3 ਤੋਂ ਇਸ ਸਕੀਮ ਦਾ ਨਾਮ ਬਦਲ ਕੇ ਕੈਨੇਡਾ ਗ੍ਰੋਸਰੀਜ਼ ਐਂਡ ਐਸੈਂਸ਼ੀਅਲ ਬੈਨੀਫਿਟ ਰੱਖ ਦਿੱਤਾ ਜਾਵੇਗਾ ਅਤੇ ਅਗਲੇ 5 ਸਾਲਾਂ ਲਈ ਇਸ ਦੇ ਭੁਗਤਾਨ ਵਿੱਚ 25% ਦਾ ਵਾਧਾ ਵੀ ਕੀਤਾ ਜਾਵੇਗਾ। ਸਰਕਾਰ ਦਾ ਕਹਿਣਾ ਹੈ ਕਿ 2020 ਤੋਂ ਖਾਣ ਪੀਣ ਦੀਆਂ ਕੀਮਤਾਂ ਆਮ ਮਹਿੰਗਾਈ ਨਾਲੋਂ ਤੇਜ਼ ਵਧੀਆਂ ਹਨ, ਜਿਸ ਨਾਲ ਹਰ ਘਰ ਦੇ ਖਰਚੇ ਵਿੱਚ ਵਾਧਾ ਹੋਇਆ ਹੈ। ਇਸ ਲਈ ਇਹ ਨਵਾਂ ਬੈਨੀਫਿਟ ਲੋਕਾਂ ਦੀ ਮਦਦ ਲਈ ਲਿਆਂਦਾ ਗਿਆ ਹੈ ਤਾਂ ਜੋ ਉਹ ਆਪਣੇ ਰੋਜ਼ਾਨਾ ਦੇ ਖਰਚੇ ਆਸਾਨੀ ਨਾਲ ਪੂਰੇ ਕਰ ਸਕਣ। ਏਅਰ ਕੈਨੇਡਾ ਨੇ ਐਲਾਨ ਕੀਤਾ ਹੈ ਕਿ ਉਹ 1 ਜੂਨ ਤੋਂ 25 ਅਕਤੂਬਰ ਤੱਕ ਟੋਰਾਂਟੋ ਅਤੇ ਮੌਂਟਰੀਅਲ ਤੋਂ ਨਿਊਯਾਰਕ ਦੇ ਜੋਹਨ ਐਫ ਕੈਨੇਡੀ ਇੰਟਰਨੈਸ਼ਨਲ ਏਅਰਪੋਰਟ ਲਈ ਆਪਣੀਆਂ ਉਡਾਣਾਂ ਅਸਥਾਈ ਤੌਰ ਤੇ ਬੰਦ ਕਰੇਗੀ। ਕੰਪਨੀ ਨੇ ਇਸ ਦਾ ਕਾਰਨ ਜੈਟ ਫਿਊਲ ਦੀਆਂ ਵੱਧ ਰਹੀਆਂ ਕੀਮਤਾਂ ਨੂੰ ਦੱਸਿਆ ਹੈ। ਏਅਰ ਕੈਨੇਡਾ ਮੁਤਾਬਿਕ ਈਰਾਨ ਸੰਘਰਸ਼ ਦੀ ਸ਼ੁਰੂਆਤ ਤੋਂ ਬਾਅਦ ਫਿਊਲ ਦੀਆਂ ਕੀਮਤਾਂ ਲਗਭਗ ਦੁੱਗਣੀਆਂ ਹੋ ਗਈਆਂ ਹਨ, ਜਿਸ ਕਾਰਨ ਕੁਝ ਰੂਟ ਹੁਣ ਮਾਲੀ ਤੌਰ ਤੇ ਫਾਇਦੇਮੰਦ ਨਹੀਂ ਰਹੇ। ਏਅਰਲਾਈਨ ਨੇ ਕਿਹਾ ਹੈ ਕਿ ਪ੍ਰਭਾਵਿਤ ਯਾਤਰੀਆਂ ਨਾਲ ਸੰਪਰਕ ਕੀਤਾ ਜਾਵੇਗਾ ਅਤੇ ਉਹਨਾਂ ਨੂੰ ਹੋਰ ਯਾਤਰਾ ਵਿਕਲਪ ਦਿੱਤੇ ਜਾਣਗੇ। ਇਸ ਦੇ ਨਾਲ ਹੀ ਕੰਪਨੀ ਨਿਊਯਾਰਕ ਦੇ ਹੋਰ ਹਵਾਈ ਅੱਡਿਆਂ ਜਿਵੇਂ ਲਾਗਾਰਡੀਆ ਏਅਰਪੋਰਟ ਅਤੇ ਨਿਊਯਾਰਕ ਲਿਬਰਟੀ ਇੰਟਰਨੈਸ਼ਨਲ ਏਅਰਪੋਰਟ ਲਈ ਆਪਣੀਆਂ ਉਡਾਣਾਂ ਜਾਰੀ ਰੱਖੇਗੀ, ਜਿੱਥੇ ਕੈਨੇਡਾ ਦੇ 6 ਸ਼ਹਿਰਾਂ ਤੋਂ ਹਰ ਰੋਜ਼ 34 ਉਡਾਣਾਂ ਚੱਲਦੀਆਂ ਰਹਿਣਗੀਆਂ। ਏਵੀਏਸ਼ਨ ਮਾਹਿਰ ਫਿਲ ਡਰਡੀ ਨੇ ਕਿਹਾ ਹੈ ਕਿ ਫਿਊਲ ਦੀ ਕਮੀ ਹੁਣ ਗੰਭੀਰ ਮਸਲਾ ਬਣ ਗਈ ਹੈ ਅਤੇ ਏਅਰਲਾਈਨਾਂ ਨੂੰ ਆਪਣੀਆਂ ਸਰਵਿਸਿਜ਼ ਘਟਾਉਣੀਆਂ ਪੈਣਗੀਆਂ। ਜੈਟ ਫਿਊਲ ਦੀਆਂ ਕੀਮਤਾਂ ਵਿੱਚ ਵਾਧਾ ਸਟ੍ਰੇਟ ਆਫ ਹਾਰਮਸ 'ਚ ਤਣਾਅ ਕਾਰਨ ਹੋਇਆ, ਜਿੱਥੇ ਤੇਲ ਦੀ ਆਵਾਜਾਈ ਪ੍ਰਭਾਵਿਤ ਹੋਈ। ਮਾਹਿਰਾਂ ਮੁਤਾਬਿਕ ਲੰਬੀ ਉਡਾਣਾਂ ਲਈ ਖਰਚਿਆਂ ਲਈ ਕਾਫੀ ਵਾਧਾ ਹੋ ਗਿਆ ਹੈ, ਜਿਸ ਨਾਲ ਏਅਰਲਾਈਨਾਂ ਨੂੰ ਹਰੇਕ ਫਲਾਈਟ ਤੇ ਹਜ਼ਾਰਾਂ ਡਾਲਰ ਵੱਧ ਖਰਚਣੇ ਪੈ ਰਹੇ ਹਨ।
ਕੈਨੇਡਾ ਦੇ ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਨੇ ਇੱਕ ਨਵੇਂ ਕੈਨੇਡਾ ਇਨਵੈਸਟਮੈਂਟ ਸਮਿਟ ਦਾ ਐਲਾਨ ਕੀਤਾ ਹੈ ਜੋ ਇਸ ਸਪ੍ਰਿੰਗ ਵਿੱਚ ਟੋਰਾਂਟੋ ਵਿੱਚ ਹੋਵੇਗਾ। ਇਸ ਸਮਾਗਮ ਵਿੱਚ ਦੁਨੀਆ ਭਰ ਦੇ ਇਨਵੈਸਟਰਸ, ਵੱਡੀਆਂ ਕੰਪਨੀਆਂ ਦੇ CEO ਅਤੇ ਬਿਜ਼ਨਸ ਲੀਡਰ ਸ਼ਾਮਲ ਹੋਣਗੇ। ਪ੍ਰਧਾਨ ਮੰਤਰੀ ਦਫ਼ਤਰ ਦੇ ਮੁਤਾਬਿਕ ਇਸ ਸਿੱਟੇ ਦਾ ਮਕਸਦ ਅਗਲੇ 5 ਸਾਲਾਂ ਵਿੱਚ ਲਗਭਗ $1 ਟ੍ਰਿਲੀਅਨ ਦਾ ਨਿਵੇਸ਼ ਕੈਨੇਡਾ ਵਿੱਚ ਲਿਆਉਣਾ ਹੈ ਤਾਂ ਜੋ ਵੱਡੇ ਰਾਸ਼ਟਰੀ ਪ੍ਰੋਜੈਕਟਾਂ ਨੂੰ ਅੱਗੇ ਵਧਾਇਆ ਜਾ ਸਕੇ ਅਤੇ ਨਵੀਆਂ ਨੌਕਰੀਆਂ ਪੈਦਾ ਹੋ ਸਕਣ। ਸਰਕਾਰ ਦਾ ਕਹਿਣਾ ਹੈ ਕਿ ਕੈਨੇਡਾ ਕੋਲ ਮਜ਼ਬੂਤ ਊਰਜਾ ਖੇਤਰ, ਉੱਚ ਪੜ੍ਹੇ ਲਿਖੇ ਵਰਕਫੋਰਸ ਅਤੇ ਕੁਦਰਤੀ ਸਰੋਤ ਹਨ ਜਿਸ ਕਰਕੇ ਦੁਨੀਆ ਦੇ ਨਿਵੇਸ਼ਕਾਂ ਲਈ ਕੈਨੇਡਾ ਵਿੱਚ ਆਕਰਸ਼ਕ ਦੇਸ਼ ਹੈ। ਇਹ ਸਿੱਟਾ 14 ਅਤੇ 15 ਸਤੰਬਰ ਨੂੰ ਹੋਵੇਗਾ ਤੇ ਇਸ ਵਿੱਚ ਕੈਨੇਡਾ ਪੈਨਸ਼ਨ ਪਲਾਨ ਇਨਵੈਸਟਮੈਂਟ ਬੋਰਡ ਅਤੇ ਪਬਲਿਕ ਸੈਕਟਰ ਪੈਨਸ਼ਨ ਇਨਵੈਸਟਮੈਂਟ ਬੋਰਡ ਵੀ ਭਾਗੀਦਾਰੀ ਹੋਣਗੇ। ਇਹ ਐਲਾਨ ਉਸ ਸਮੇਂ ਆਇਆ ਹੈ ਜਦੋਂ ਪਿਛਲੇ ਦਹਾਕੇ ਦੌਰਾਨ ਕੈਨੇਡਾ ਵਿੱਚ ਵਿਦੇਸ਼ੀ ਨਿਵੇਸ਼ ਘਟਿਆ ਹੈ। ਇੱਕ ਰਿਪੋਰਟ ਮੁਤਾਬਿਕ ਪਿਛਲੇ ਸਾਲ ਕੈਨੇਡਾ ਨੇ 2015 ਤੋਂ ਬਾਅਦ ਪਹਿਲੀ ਵਾਰ $100 ਬਿਲੀਅਨ ਤੋਂ ਵੱਧ ਵਿਦੇਸ਼ ਨਿਵੇਸ਼ ਆਕਰਸ਼ਿਤ ਕੀਤਾ ਸੀ, ਪਰ ਇਸ ਸਮੇਂ ਦੌਰਾਨ ਲਗਭਗ $1 ਟ੍ਰਿਲੀਅਨ ਨਿਵੇਸ਼ ਦੇਸ਼ ਤੋਂ ਬਾਹਰ ਵੀ ਗਿਆ ਹੈ। ਸਰਕਾਰ ਦਾ ਕਹਿਣਾ ਹੈ ਕਿ ਮੌਜੂਦਾ ਆਰਥਿਕ ਚੁਣੌਤੀਆਂ ਨੂੰ ਦੇਖਦੇ ਹੋਏ ਇਹ ਸਿੱਟਾ ਕੈਨੇਡਾ ਦੀ ਅਰਥ ਵਿਵਸਥਾ ਨੂੰ ਮਜ਼ਬੂਤ ਕਰਨ ਦੀ ਇੱਕ ਕੋਸ਼ਿਸ਼ ਹੈ। ਇੰਟਰਨੈਸ਼ਨਲ ਕ੍ਰਿਕਟ ਕੌਂਸਲ ਦੀ ਐਂਟੀ ਕਰਪਸ਼ਨ ਯੂਨਿਟ ਨੇ ਕੈਨੇਡਾ ਦੀ ਕ੍ਰਿਕਟ ਸੰਸਥਾ ਕ੍ਰਿਕਟ ਕੈਨੇਡਾ ਨਾਲ ਜੁੜੀਆਂ ਕਈ ਗੰਭੀਰ ਦੋਸ਼ਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਇਹ ਜਾਂਚ T20 ਵਰਲਡ ਕੱਪ ਦੇ ਕੁਝ ਮੈਚਾਂ ਅਤੇ ਕੈਨੇਡਾ ਦੀ ਕ੍ਰਿਕਟ ਨਾਲ ਸੰਬੰਧਿਤ ਮਾਮਲਿਆਂ ਤੇ ਆਧਾਰਿਤ ਹੈ। ਇੱਕ ਜਾਂਚ ਉਸ ਮੈਚ ਨਾਲ ਜੁੜੀ ਹੈ ਜੋ ਕੈਨੇਡਾ ਅਤੇ ਨਿਊਜ਼ੀਲੈਂਡ ਵਿਚਕਾਰ ਹੋਇਆ ਸੀ। ਦੋਸ਼ਾਂ ਮੁਤਾਬਿਕ ਮੈਚ ਦੌਰਾਨ ਕੁਝ ਸ਼ੱਕੀ ਫੈਸਲੇ ਅਤੇ ਖੇਡ ਦੇ ਤਰੀਕੇ ਦੀ ਜਾਂਚ ਕੀਤੀ ਜਾ ਰਹੀ ਹੈ। ਇਹ ਮਾਮਲਾ ਇੱਕ ਡਾਕੂਮੈਂਟਰੀ ਕਰਪਸ਼ਨ ਕ੍ਰਾਈਮ ਐਂਡ ਕ੍ਰਿਕਟ ਵਿੱਚ ਵੀ ਸਾਹਮਣੇ ਆਇਆ ਹੈ। ਦੂਜੀ ਜਾਂਚ ਇੱਕ ਲੀਕ ਹੋਈ ਫੋਨ ਕਾਲ ਨਾਲ ਜੁੜੀ ਹੈ ਜਿਸ ਵਿੱਚ ਉਸ ਸਮੇਂ ਦੇ ਕੋਚ ਖੁਰਮ ਚੌਹਾਨ ਨੇ ਕਿਹਾ ਸੀ ਕਿ ਬੋਰਡ ਦੇ ਕੁਝ ਵੱਡੇ ਅਧਿਕਾਰੀਆਂ ਨੇ ਉਹਨਾਂ ਤੇ ਦਬਾਅ ਪਾਇਆ ਕਿ ਕੁਝ ਖਿਡਾਰੀਆਂ ਨੂੰ ਟੀਮ ਵਿੱਚ ਸ਼ਾਮਲ ਕੀਤਾ ਜਾਵੇ। ਇਸ ਕਾਲ ਵਿੱਚ ਮੈਚ ਫਿਕਸਿੰਗ ਨਾਲ ਜੁੜੇ ਦਾਅਵੇ ਵੀ ਕੀਤੇ ਗਏ ਹਨ ਪਰ ਹਾਲੇ ਤੱਕ ਪੂਰੇ ਸਬੂਤ ਨਹੀਂ ਮਿਲੇ। ICC ਮੁਤਾਬਿਕ ਉਹ ਖੇਡ ਦੀ ਇਮਾਨਦਾਰੀ ਬਣਾਈ ਰੱਖਣ ਲਈ ਇੰਟੈਲੀਜੈਂਸ, ਸਿੱਖਿਆ ਅਤੇ ਜਾਂਚ ਦੇ ਤਰੀਕਿਆਂ ਨਾਲ ਕੰਮ ਕਰਦੀ ਹੈ। ਰਿਪੋਰਟਾਂ ਵਿੱਚ ਇਹ ਵੀ ਦੱਸਿਆ ਗਿਆ ਹੈ ਕਿ ਪਿਛਲੇ ਕੁਝ ਸਮੇਂ ਵਿੱਚ ਕ੍ਰਿਕਟ ਕੈਨੇਡਾ ਦੇ ਅੰਦਰ ਪ੍ਰਬੰਧਕੀ ਸਮੱਸਿਆਵਾਂ ਆ ਰਹੀਆਂ ਹਨ। ਫਿਲਹਾਲ ਇਹ ਸਾਰੀ ਜਾਂਚ ਜਾਰੀ ਹੈ ਅਤੇ ਕੋਈ ਅੰਤਿਮ ਨਤੀਜਾ ਜਾਂ ਕਾਰਵਾਈ ਸਾਹਮਣੇ ਨਹੀਂ ਆਈ। ਕੈਨੇਡੀਅਨ ਐਸਟਰੋਨੌਟ ਜਰਮੀ ਹੈਂਸਨ ਨੇ ਆਪਣੇ ਹਾਲੀਆ ਸਪੇਸ ਮਿਸ਼ਨ ਆਰਟੇਮਿਸ 2 ਮਿਸ਼ਨ ਤੋਂ ਵਾਪਸ ਆ ਕੇ ਆਪਣਾ ਤਜਰਬਾ ਸਾਂਝਾ ਕੀਤਾ ਹੈ ਅਤੇ ਇਸ ਨੂੰ ਬਹੁਤ ਹੀ ਸ਼ਾਨਦਾਰ ਦੱਸਿਆ ਹੈ। ਹੈਂਸਨ ਨੇ ਕਿਹਾ ਕਿ ਜਦੋਂ ਉਹ ਕੈਪਸੂਲ ਦੀ ਵਿੰਡੋ ਕੋਲ ਆਏ ਤਾਂ ਸਭ ਤੋਂ ਪਹਿਲਾਂ ਇੱਕ ਵੱਡਾ ਓਸ਼ਨ ਦਿਖਾਈ ਦਿੱਤਾ, ਫਿਰ ਆਸਟ੍ਰੇਲੀਆ ਦੀ ਰੈੱਡ ਲੈਂਡ ਨਜ਼ਰ ਆਈ। ਉਸਨੇ ਦੱਸਿਆ ਕਿ ਇਹ ਸਭ ਦੇ ਨਾਲ ਸਪੇਸ ਦੇ ਕਾਲੇ ਬੈਕਗ੍ਰਾਉਂਡ ਵਿੱਚ ਧਰਤੀ ਦੇ ਐਟਮੋਸਫੇਅਰ ਦੀ ਇੱਕ ਪਤਲੀ ਬਲੂ ਲਾਈਨ ਵੀ ਦਿਖ ਰਹੀ ਸੀ ਜੋ ਬਹੁਤ ਹੀ ਸ਼ਾਨਦਾਰ ਲੱਗੀ। ਇਸ ਮਿਸ਼ਨ ਵਿੱਚ 4 ਐਸਟਰੋਨੌਟਸ ਹਨ ਅਤੇ ਇਹ ਕਰੂ 10 ਦਿਨ ਦੇ ਲੂਨਰ ਫਲਾਈ ਅਰਾਊਂਡ ਮਿਸ਼ਨ ਤੋਂ ਬਾਅਦ ਧਰਤੀ ਤੇ ਵਾਪਸ ਆਏ। ਇਹ ਪਹਿਲੀ ਵਾਰ ਸੀ ਕਿ 50 ਸਾਲ ਤੋਂ ਵੱਧ ਸਮੇਂ ਬਾਅਦ ਇਨਸਾਨ ਚੰਦਰਮਾ ਦੇ ਨੇੜੇ ਗਏ। ਹੈਂਸਨ ਜੋ ਓਨਟਾਰੀਓ ਦੇ ਲੰਡਨ ਸਿਟੀ ਨਾਲ ਸੰਬੰਧਿਤ ਸਨ, ਉਹਨਾਂ ਨੇ ਕਿਹਾ ਕਿ ਬਚਪਨ ਤੋਂ ਉਹ ਸਪੇਸ ਵਿੱਚ ਜਾਣ ਦਾ ਸੁਪਨਾ ਰੱਖਦੇ ਸਨ ਪਰ ਅਸਲ ਐਕਸਪੀਰੀਅੰਸ ਬਿਲਕੁਲ ਵੱਖਰਾ ਸੀ। ਉਹਨਾਂ ਨੂੰ ਅਰਥ ਅਤੇ ਮੂਨ ਇਕੱਠੇ ਦੇਖ ਕੇ ਬਹੁਤ ਗਹਿਰਾ ਅਹਿਸਾਸ ਹੋਇਆ। ਉਹਨਾਂ ਨੇ ਇਹ ਵੀ ਕਿਹਾ ਕਿ ਇਹ ਮਿਸ਼ਨ ਦੁਨੀਆ ਨੂੰ ਇਕੱਠੇ ਕੰਮ ਕਰਨ ਦਾ ਮੈਸੇਜ ਦਿੰਦਾ ਹੈ। ਸਪੇਸ ਤੋਂ ਅਰਥ ਨੂੰ ਦੇਖ ਕੇ ਇਹ ਸਮਝ ਆਉਂਦੀ ਹੈ ਕਿ ਸਾਰੇ ਹਿਊਮਨਸ ਇੱਕ ਹੀ ਪਲੈਨਟ ਦਾ ਹਿੱਸਾ ਹਨ ਅਤੇ ਸਾਰਿਆਂ ਨੂੰ ਮਿਲ ਕੇ ਅੱਗੇ ਵਧਣਾ ਚਾਹੀਦਾ ਹੈ। ਮੌਂਟਰੀਅਲ ਨੇੜੇ ਹਾਈਵੇ ਤੇ ਹੋਏ ਇੱਕ ਭਿਆਨਕ ਸੜਕ ਹਾਦਸੇ ਦੇ ਮਾਮਲੇ ਵਿੱਚ ਬਲਜੀਤ ਸਿੰਘ ਨੇ ਅਦਾਲਤ ਵਿੱਚ ਮੰਨਿਆ ਹੈ ਕਿ ਉਹ ਡਰਾਈਵਿੰਗ ਦੌਰਾਨ ਆਪਣੇ ਮੋਬਾਈਲ ਤੇ ਆਨਲਾਈਨ ਗੇਮ ਖੇਡ ਰਿਹਾ ਸੀ ਜਿਸ ਕਾਰਨ ਇਹ ਹਾਦਸਾ ਵਾਪਰਿਆ। ਇਸ ਹਾਦਸੇ ਵਿੱਚ ਇੱਕ ਮਾਂ ਅਤੇ ਉਸ ਦਾ 11 ਸਾਲ ਦਾ ਪੁੱਤਰ ਮਾਰੇ ਗਏ ਜਦਕਿ ਕਈ ਹੋਰ ਲੋਕ ਗੰਭੀਰ ਜ਼ਖਮੀ ਹੋਏ। ਦਰਅਸਲ ਇਹ ਘਟਨਾ 19 ਜੁਲਾਈ 2022 ਨੂੰ ਕਿਊਬਿਕ ਦੇ ਹਾਈਵੇ 30 ਤੇ ਬਰੋਜ਼ਾਰਡ ਇਲਾਕੇ ਵਿੱਚ ਵਾਪਰੀ ਸੀ। ਅਦਾਲਤ ਦੇ ਦਸਤਾਵੇਜ਼ਾਂ ਮੁਤਾਬਿਕ ਬਲਜੀਤ ਸਿੰਘ ਆਪਣੇ ਟਰੱਕ ਤੇ ਜਾ ਰਿਹਾ ਸੀ ਅਤੇ ਉਸ ਸਮੇਂ ਉਹ ਮੋਬਾਈਲ ਤੇ ਲੂਡੋ ਗੇਮ ਖੇਡ ਰਿਹਾ ਸੀ ਅਤੇ ਉਸ ਦਾ ਧਿਆਨ ਸੜਕ ਤੋਂ ਹਟਿਆ ਹੋਇਆ ਸੀ। ਜਦੋਂ ਅੱਗੇ ਬਣ ਰਹੇ ਕੰਸਟਰਕਸ਼ਨ ਜ਼ੋਨ ਨੇੜੇ ਟ੍ਰੈਫਿਕ ਹੌਲੀ ਹੋ ਗਿਆ ਤਾਂ ਉਸ ਸਮੇਂ ਉਸਨੇ ਬ੍ਰੇਕ ਨਹੀਂ ਲਗਾਇਆ ਅਤੇ ਕਈ ਵਾਹਨਾਂ ਨਾਲ ਭਿਆਨਕ ਟੱਕਰ ਹੋ ਗਈ। ਇਸ ਹਾਦਸੇ ਵਿੱਚ 42 ਸਾਲਾ ਨੈਂਸੀ ਅਤੇ ਉਸ ਦਾ 11 ਸਾਲਾ ਪੁੱਤਰ ਲੋਇਸ ਦੀ ਮੌਤ ਹੋ ਗਈ ਅਤੇ ਕਈ ਹੋਰ ਜ਼ਖਮੀ ਹੋਏ। ਜਾਂਚ ਵਿੱਚ ਇਹ ਵੀ ਸਾਹਮਣੇ ਆਇਆ ਕਿ ਡਰਾਈਵਰ ਵੱਲੋਂ ਪਹਿਲਾਂ ਵੀ ਡਰਾਈਵਿੰਗ ਦੌਰਾਨ ਮੋਬਾਈਲ ਦੀ ਲਗਾਤਾਰ ਵਰਤੋਂ ਕੀਤੀ ਜਾਂਦੀ ਸੀ ਅਤੇ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕੀਤੀ ਗਈ ਸੀ। ਹਾਦਸੇ ਤੋਂ ਬਾਅਦ ਉਹ ਕੈਨੇਡਾ ਛੱਡ ਕੇ ਭਾਰਤ ਚਲਾ ਗਿਆ ਸੀ। ਬਾਅਦ ਵਿੱਚ ਉਸ ਦੇ ਖਿਲਾਫ ਕੈਨੇਡਾ ਵਿਆਪੀ ਗ੍ਰਿਫਤਾਰੀ ਵਾਰੰਟ ਜਾਰੀ ਕੀਤਾ ਗਿਆ ਅਤੇ 2025 ਵਿੱਚ ਉਸ ਨੂੰ ਅਮਰੀਕਾ ਵਿੱਚ ਗ੍ਰਿਫਤਾਰ ਕਰਕੇ ਵਾਪਸ ਕੈਨੇਡਾ ਲਿਆਂਦਾ ਗਿਆ। ਅਦਾਲਤ ਵਿੱਚ ਉਸਨੇ ਆਪਣੀ ਗਲਤੀ ਮੰਨਦੇ ਹੋਏ ਪੀੜਤ ਪਰਿਵਾਰਾਂ ਤੋਂ ਮਾਫੀ ਵੀ ਮੰਗੀ ਹੈ ਅਤੇ ਇਸ ਮਾਮਲੇ ਦੀ ਅਗਲੀ ਸੁਣਵਾਈ ਅਤੇ ਸਜ਼ਾ ਐਲਾਨ ਜੂਨ ਵਿੱਚ ਹੋਵੇਗੀ।
ਟੋਰਾਂਟੋ ਵਿੱਚ ਇੱਕ ਪੁਲਿਸ ਅਧਿਕਾਰੀ ਨੇ ਡਰਾਈਵਿੰਗ ਦੌਰਾਨ ਨਸ਼ੇ ਦੀ ਹਾਲਤ ਵਿੱਚ ਗੱਡੀ ਚਲਾਉਣ ਅਤੇ ਪੁਲਿਸ ਤੋਂ ਭੱਜਣ ਦੇ ਦੋਸ਼ਾਂ ਨੂੰ ਅਦਾਲਤ ਵਿੱਚ ਮੰਨ ਲਿਆ ਹੈ। ਇਹ ਮਾਮਲਾ ਜੁਲਾਈ 2024 ਵਿੱਚ ਵਾਪਰੇ ਇੱਕ ਔਨ ਡਿਊਟੀ ਘਟਨਾ ਨਾਲ ਜੁੜਿਆ ਹੋਇਆ ਹੈ। ਬ੍ਰਿਆਨ ਸੁਖਰਮ ਜੋ ਟੋਰਾਂਟੋ ਪੁਲਿਸ ਦੇ ਡਰੱਗ ਸਕੁਐਡ ਵਿੱਚ ਆਫੀਸਰ ਸਨ, ਉਸ ਨੂੰ 3 ਜੁਲਾਈ 2024 ਦੀ ਰਾਤ ਲਗਭਗ 2 ਵਜੇ ਮਿਸੀਸਾਗਾ ਦੇ ਹੋਰੋਂਟਾਰੀਓ ਸਟਰੀਟ ਅਤੇ ਕਾਟਰੀ ਪਾਰਕ ਡਰਾਈਵ ਇਲਾਕੇ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ। ਪੁਲਿਸ ਦੇ ਮੁਤਾਬਿਕ ਉਸ ਸਮੇਂ ਉਹਨਾਂ ਨੂੰ ਇੱਕ ਖਤਰਨਾਕ ਤਰੀਕੇ ਨਾਲ ਗੱਡੀ ਚਲਾਉਣ ਵਾਲੇ ਡਰਾਈਵਰ ਦੀ ਸ਼ਿਕਾਇਤ ਮਿਲੀ ਸੀ। ਜਦੋਂ ਅਧਿਕਾਰੀ ਮੌਕੇ ਤੇ ਪਹੁੰਚੇ ਤਾਂ ਡਰਾਈਵਰ ਨਾਲ ਮੁਕਾਬਲਾ ਹੋਇਆ, ਜਿਸ ਦੌਰਾਨ 2 ਪੁਲਿਸ ਅਧਿਕਾਰੀ ਜ਼ਖਮੀ ਹੋ ਗਏ ਅਤੇ ਕਈ ਪੁਲਿਸ ਵਾਹਨ ਵੀ ਨੁਕਸਾਨੇ ਗਏ। ਸੁਖਰਮ ਦੇ ਖਤਰਨਾਕ ਡਰਾਈਵਿੰਗ ਹਾਦਸੇ ਤੋਂ ਬਾਅਦ ਨਾ ਰੁਕਣਾ, ਪੁਲਿਸ ਤੋਂ ਭੱਜਣਾ, ਨਸ਼ੇ ਦੀ ਹਾਲਤ ਵਿੱਚ ਗੱਡੀ ਚਲਾਉਣਾ ਅਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਲਈ ਰੱਖਣ ਦੇ ਸਮੇਤ ਕਈ ਦੋਸ਼ ਲਗਾਏ ਗਏ ਸਨ। ਹੁਣ ਉਸਨੇ ਅਦਾਲਤ ਵਿੱਚ 2 ਦੋਸ਼ਾਂ ਨੂੰ ਮੰਨ ਲਿਆ ਹੈ, ਜਦਕਿ ਨਸ਼ੇ ਨਾਲ ਸੰਬੰਧਿਤ ਦੋਸ਼ਾਂ ਤੇ ਵੱਖਰੀ ਸੁਣਵਾਈ ਹੋਵੇਗੀ ਅਤੇ ਅਗਲੀ ਸੁਣਵਾਈ 12 ਜੂਨ ਨੂੰ ਹੋਵੇਗੀ। ਟੋਰਾਂਟੋ ਪੁਲਿਸ ਪਹਿਲਾਂ ਹੀ ਦੱਸ ਚੁੱਕੀ ਹੈ ਕਿ ਨਵਾਂ ਕਮਿਊਨਿਟੀ ਸੇਫਟੀ ਐਂਡ ਪੁਲਿਸਿੰਗ ਐਕਟ ਲਾਗੂ ਹੋਣ ਤੋਂ ਬਾਅਦ ਉਹ ਇਹ ਪਹਿਲਾ ਅਧਿਕਾਰੀ ਹੈ ਜਿਸ ਨੂੰ ਬਿਨਾਂ ਤਨਖਾਹ ਸਸਪੈਂਡ ਕੀਤਾ ਗਿਆ ਹੈ। ਐਡਮਿੰਟਨ ਇਲਾਕੇ ਵਿੱਚ ਇੱਕ ਸੈਲਫ ਸਟਾਈਲਡ ਸਪਿਰਿਚੁਅਲ ਲੀਡਰ ਅਤੇ ਉਸ ਦੀ ਪਤਨੀ ਤੇ ਲੱਗੇ ਸੈਕਸ਼ੂਅਲ ਅਸੌਲਟ ਦੇ ਦੋਸ਼ ਅਦਾਲਤ ਵੱਲੋਂ ਰੱਦ ਕਰ ਦਿੱਤੇ ਗਏ ਹਨ। ਜੋਹਨ ਡੇ ਰੂਟਰ ਅਤੇ ਉਸ ਦੀ ਪਤਨੀ ਲੇਹ ਐਂਡੀ ਰੂਟਰ ਦੇ 6 ਸੈਕਸ਼ੂਅਲ ਅਸੌਲਟ ਦੇ ਦੋਸ਼ ਲੱਗੇ ਹੋਏ ਸਨ। ਇਹ ਕੇਸ ਇਸ ਸਾਲ ਸਤੰਬਰ ਵਿੱਚ ਟ੍ਰਾਇਲ ਲਈ ਜਾਣਾ ਸੀ, ਪਰ ਹੁਣ ਇਹ ਦੋਸ਼ ਅੱਗੇ ਨਹੀਂ ਵਧ ਜਾਣਗੇ। ਪੁਲਿਸ ਦੇ ਮੁਤਾਬਿਕ ਜੋਹਨ ਡੇ ਰੂਟਰ ਇੱਕ ਗਰੁੱਪ ਚਲਾਉਂਦਾ ਸੀ ਜਿਸ ਨੂੰ ਕਾਲਜ ਆਫ ਇੰਟੈਗ੍ਰੇਟਿਡ ਫਿਲਾਸਫੀ ਕਿਹਾ ਜਾਂਦਾ ਸੀ। ਜਾਂਚ ਵਿੱਚ ਦੋਸ਼ ਲੱਗੇ ਸਨ ਕਿ ਉਹ ਕੁਝ ਔਰਤਾਂ ਨੂੰ ਇਹ ਕਹਿੰਦਾ ਸੀ ਕਿ ਉਸ ਨੂੰ ਇੱਕ ਸਪਿਰਿਚੁਅਲ ਫੋਰਸ ਵੱਲੋਂ ਹਦਾਇਤ ਮਿਲਦੀ ਹੈ ਅਤੇ ਉਸ ਨਾਲ ਸੈਕਸ਼ੂਅਲ ਐਕਟੀਵਿਟੀ ਕਰਨ ਨਾਲ ਉਹਨਾਂ ਨੂੰ ਸਪਿਰਿਚੁਅਲ ਐਨਲਾਈਟਮੈਂਟ ਮਿਲੇਗਾ। ਹੁਣ ਅਲਬਰਟਾ ਕਰਾਊਨ ਪ੍ਰੋਸੀਕਿਊਸ਼ਨ ਸਰਵਿਸਿਜ਼ ਨੇ ਕਿਹਾ ਹੈ ਕਿ ਕੇਸ ਦੀ ਪੂਰੀ ਸਮੀਖਿਆ ਕਰਨ ਤੋਂ ਬਾਅਦ ਇਹ ਨਿਰਣੇ ਲਿਆ ਗਿਆ ਹੈ ਕਿ ਦੋਸ਼ ਅੱਗੇ ਨਹੀਂ ਚੱਲ ਸਕਦੇ। ਪ੍ਰੋਸੀਕਿਊਸ਼ਨ ਨੇ ਇਹ ਵੀ ਕਿਹਾ ਹੈ ਕਿ ਇਹ ਫੈਸਲਾ ਹਲਕੇ ਤੌਰ ਤੇ ਨਹੀਂ ਲਿਆ ਗਿਆ ਅਤੇ ਇਸ ਦੀ ਅੰਦਰੂਨੀ ਜਾਂਚ ਵੀ ਕੀਤੀ ਜਾ ਰਹੀ ਹੈ। ਅਧਿਕਾਰੀਆਂ ਨੇ ਕਿਹਾ ਹੈ ਕਿ ਇਸ ਪ੍ਰਕਿਰਿਆ ਵਿੱਚ ਸ਼ਾਮਲ ਲੋਕਾਂ ਨੇ ਜੋ ਜਾਣਕਾਰੀ ਦਿੱਤੀ ਹੈ ਉਸ ਦੀ ਕਦਰ ਕਰਦੇ ਹਨ ਅਤੇ ਉਹਨਾਂ ਨੂੰ ਪਤਾ ਹੈ ਕਿ ਇਹ ਨਤੀਜਾ ਕਈ ਲੋਕਾਂ ਲਈ ਨਿਰਾਸ਼ਾਜਨਕ ਹੋ ਸਕਦਾ ਹੈ। ਉਹਨਾਂ ਨੇ ਕਿਹਾ ਹੈ ਕਿ ਫਿਲਹਾਲ ਇਹ ਮਾਮਲਾ ਅੱਗੇ ਨਹੀਂ ਵਧੇਗਾ, ਪਰ ਅੰਦਰੂਨੀ ਸਮੀਖਿਆ ਅਜੇ ਵੀ ਜਾਰੀ ਹੈ। ਕੈਲਗਰੀ ਵਿੱਚ ਸਥਿਤ ਸਦਰਨ ਅਲਬਰਟਾ ਇੰਸਟੀਚਿਊਟ ਆਫ ਟੈਕਨੋਲੋਜੀ ਯਾਨੀ ਕਿ ਸੇਟ ਨੇ ਆਪਣੀ ਸਟਾਫਿੰਗ ਵਿੱਚ ਕਟੌਤੀ ਕਰਨ ਦਾ ਐਲਾਨ ਕੀਤਾ ਹੈ। ਇੱਕ ਅੰਦਰੂਨੀ ਮੀਮੋ ਮੁਤਾਬਿਕ ਇਸ ਹਫ਼ਤੇ 30 ਤੋਂ ਵੱਧ ਅਸਾਮੀਆਂ ਖਤਮ ਕੀਤੀਆਂ ਗਈਆਂ ਹਨ, ਜਦਕਿ ਯੂਨੀਅਨ ਦਾ ਕਹਿਣਾ ਹੈ ਕਿ ਕੁੱਲ ਕਰੀਬ 65 ਨੌਕਰੀਆਂ ਪ੍ਰਭਾਵਿਤ ਹੋਈਆਂ ਹਨ। ਇਸ ਵਿੱਚ ਐਡਵਾਂਸਮੈਂਟ ਕਮਿਊਨੀਕੇਸ਼ਨਸ, ਮਾਰਕੀਟਿੰਗ, ਸਟੂਡੈਂਟ ਇੰਗੇਜਮੈਂਟ, ਕਰੀਅਰ ਸਰਵਿਸਿਜ਼, ਐਕੈਡੈਮਿਕ ਐਡਵਾਈਸਿੰਗ, ਲਾਇਬ੍ਰੇਰੀ ਅਤੇ ਰਜਿਸਟਰਾਰ ਵਰਗੇ ਵਿਭਾਗ ਸ਼ਾਮਲ ਹਨ। ਕੁਝ ਪ੍ਰੋਗਰਾਮ ਵੀ ਅਸਥਾਈ ਤੌਰ ਤੇ ਰੋਕ ਦਿੱਤੇ ਗਏ ਹਨ, ਜਿਵੇਂ ਕਿ ਪੀਰ ਮੈਂਟਰਸ਼ਿਪ, ਇੰਗਲਿਸ਼ ਲੈਂਗੁਏਜ ਕਨਵਰਸੇਸ਼ਨ ਅਤੇ ਲੀਡਸ ਸਟੂਡੈਂਟ ਇੰਗੇਜਮੈਂਟ ਪ੍ਰੋਗਰਾਮ। ਇਸ ਤੋਂ ਇਲਾਵਾ ਕੁਝ ਇਵੈਂਟਸ ਵੀ ਘਟਾਏ ਜਾਣਗੇ। ਇਸ ਤੋਂ ਪਹਿਲਾਂ ਵੀ ਪੀਪਲ ਐਂਡ ਕਲਚਰ ਡਿਵੀਜ਼ਨ ਵਿੱਚ ਕਈ ਅਸਾਮੀਆਂ ਘਟਾਈਆਂ ਗਈਆਂ ਸਨ। ਸੇਟ ਨੇ ਕਿਹਾ ਹੈ ਕਿ ਇਹ ਫੈਸਲੇ ਫੈਡਰਲ ਸਰਕਾਰ ਦੀਆਂ ਇੰਟਰਨੈਸ਼ਨਲ ਸਟੂਡੈਂਟ ਪਾਲਿਸੀਜ਼ ਵਿੱਚ ਬਦਲਾਅ ਕਰਨ ਲਏ ਗਏ ਹਨ, ਜਿਸ ਨਾਲ ਐਨਰੋਲਮੈਂਟ ਘੱਟ ਹੋਈ ਹੈ ਅਤੇ ਬਜਟ ਤੇ ਦਬਾਅ ਵਧਿਆ ਹੈ। ਯੂਨੀਅਨ ਦੀ ਪ੍ਰਧਾਨ ਸੈਂਡਰਾ ਅਜ਼ੋਕਰ ਨੇ ਕਿਹਾ ਹੈ ਕਿ ਇਹ ਕਟੌਤੀਆਂ ਕਰਨ ਲਈ ਕਰਮਚਾਰੀ ਪ੍ਰਭਾਵਿਤ ਹੋਏ ਹਨ ਜੋ ਲੰਬੇ ਸਮੇਂ ਤੋਂ ਸੇਟ ਨਾਲ ਜੁੜੇ ਹੋਏ ਸਨ। ਉਹਨਾਂ ਮੁਤਾਬਿਕ ਇਹ ਸਥਿਤੀ ਕਰਮਚਾਰੀਆਂ ਲਈ ਚਿੰਤਾ ਅਤੇ ਤਣਾਅ ਪੈਦਾ ਕਰਦੀ ਹੈ ਅਤੇ ਕੰਮ ਦੇ ਮਾਹੌਲ ਨੂੰ ਵੀ ਪ੍ਰਭਾਵਿਤ ਕਰਦੀ ਹੈ। ਫਿਲਹਾਲ ਸੇਟ ਵਿੱਚ ਇਹ ਕਟੌਤੀਆਂ ਤੇ ਤਬਦੀਲੀਆਂ ਜਾਰੀ ਹਨ ਅਤੇ ਹੋਰ ਬਦਲਾਅ ਵੀ ਸੰਭਵ ਹਨ। ਈਰਾਨ ਦੇ ਵਿਦੇਸ਼ ਮੰਤਰੀ ਅਬਾਸ ਅਰਾਕਚੀ ਨੇ ਕਿਹਾ ਹੈ ਕਿ ਸਟ੍ਰੇਟ ਆਫ ਹਾਰਮਜ਼ ਹੁਣ ਖੁੱਲ੍ਹਾ ਹੈ ਅਤੇ ਇੱਥੋਂ ਵਪਾਰਕ ਜਹਾਜ਼ਾਂ ਦੀ ਆਵਾਜਾਈ ਮੁੜ ਸ਼ੁਰੂ ਹੋ ਸਕਦੀ ਹੈ। ਇਹ ਬਿਆਨ ਉਸ ਸੀਜ਼ਫਾਇਰ ਸਮਝੌਤੇ ਤੋਂ ਬਾਅਦ ਆਇਆ ਹੈ ਜੋ ਲਬਨਾਨ ਵਿੱਚ ਇਜ਼ਰਾਈਲ ਅਤੇ ਹਿਜ਼ਬੁੱਲਾ ਵਿਚਕਾਰ ਹੋਈ ਲੜਾਈ ਰੋਕਣ ਲਈ 10 ਦਿਨਾਂ ਲਈ ਕੀਤਾ ਗਿਆ ਹੈ। ਅਬਾਸ ਨੇ ਸੋਸ਼ਲ ਮੀਡੀਆ ਤੇ ਕਿਹਾ ਕਿ ਇਹ ਰਸਤਾ ਅਮਰੀਕਾ ਦੀ ਮਦਦ ਨਾਲ ਹੋਏ ਸਮਝੌਤੇ ਦੌਰਾਨ ਖੁੱਲ੍ਹਾ ਰਹੇਗਾ ਤਾਂ ਜੋ ਵਪਾਰਕ ਜਹਾਜ਼ ਆਰਾਮ ਨਾਲ ਆ ਜਾ ਸਕਣ। ਇਸ ਦੇ ਨਾਲ ਹੀ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਹੈ ਕਿ ਇਸ ਹਫ਼ਤੇ ਈਰਾਨ ਨਾਲ ਗੱਲਬਾਤ ਹੋ ਸਕਦੀ ਹੈ ਅਤੇ ਜਲਦੀ ਹੀ ਜੰਗ ਖਤਮ ਕਰਨ ਲਈ ਸਮਝੌਤਾ ਵੀ ਹੋ ਸਕਦਾ ਹੈ। ਹੁਣ ਸੀਜ਼ਫਾਇਰ ਦੀ ਖਬਰ ਤੋਂ ਬਾਅਦ ਤੇਲ ਦੀਆਂ ਕੀਮਤਾਂ ਵਿੱਚ ਵੱਡੀ ਗਿਰਾਵਟ ਆਈ ਹੈ ਅਤੇ ਦੁਨੀਆ ਦੇ ਸ਼ੇਅਰ ਮਾਰਕੀਟਾਂ ਵਿੱਚ ਵਾਧਾ ਵੇਖਣ ਨੂੰ ਮਿਲਿਆ ਹੈ। ਹਾਲਾਂਕਿ ਕੁਝ ਕੰਪਨੀਆਂ ਨੇ ਕਿਹਾ ਹੈ ਕਿ ਉਹ ਹਾਲੇ ਇਸ ਰਸਤੇ ਤੋਂ ਜਹਾਜ਼ ਨਹੀਂ ਲੰਘਾਉਣਗੀਆਂ ਜਦ ਤੱਕ ਸਥਿਤੀ ਪੂਰੀ ਤਰ੍ਹਾਂ ਸੁਰੱਖਿਅਤ ਨਹੀਂ ਹੋ ਜਾਂਦੀ। ਇਸ ਦੇ ਨਾਲ ਹੀ ਕੁਝ ਦੇਸ਼ਾਂ ਨੇ ਕਿਹਾ ਹੈ ਕਿ ਉਹ ਜਹਾਜ਼ਾਂ ਦੀ ਸੁਰੱਖਿਆ ਲਈ ਅੰਤਰਰਾਸ਼ਟਰੀ ਮਿਸ਼ਨ ਵਿੱਚ ਸ਼ਾਮਲ ਹੋਣ ਲਈ ਤਿਆਰ ਹਨ। ਕੈਨੇਡਾ ਦੇ ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਨੇ ਵੀ ਕਿਹਾ ਹੈ ਕਿ ਕੈਨੇਡਾ ਸੁਰੱਖਿਅਤ ਸਮੁੰਦਰੀ ਆਵਾਜਾਈ ਲਈ ਡਿਪਲੋਮੈਟਿਕ ਮਦਦ ਅਤੇ ਜਹਾਜ਼ਾਂ ਦੀ ਸੁਰੱਖਿਆ ਲਈ ਸਹਿਯੋਗ ਦੇਣ ਲਈ ਤਿਆਰ ਹੈ, ਪਰ ਫੌਜੀ ਮਦਦ ਬਾਰੇ ਕੋਈ ਐਲਾਨ ਨਹੀਂ ਕੀਤਾ ਗਿਆ।
ਟੋਰਾਂਟੋ ਪੁਲਿਸ ਨੇ ਇੱਕ ਵੱਡੇ ਆਰਗੇਨਾਈਜ਼ਡ ਰਿਟੇਲ ਫਰਾਡ ਮਾਮਲੇ ਵਿੱਚ ਗ੍ਰਿਫਤਾਰੀਆਂ ਕੀਤੀਆਂ ਹਨ, ਜਿਸ ਵਿੱਚ ਦੋਸ਼ੀਆਂ ਨੇ AI ਟੈਕਨੋਲੋਜੀ ਅਤੇ ਸਮਾਰਟ ਗਲਾਸਿਸ ਵਰਗੇ ਡਿਵਾਈਸਾਂ ਦੀ ਵਰਤੋਂ ਕਰਕੇ ਕਰਮਚਾਰੀਆਂ ਦੇ ਲੌਗਇਨ ਡਿਟੇਲਸ ਅਤੇ ਪਾਸਵਰਡਸ ਚੋਰੀ ਕੀਤੇ। ਪੁਲਿਸ ਦੇ ਮੁਤਾਬਿਕ ਇਹ ਘਟਨਾਵਾਂ ਸਤੰਬਰ 2025 ਤੋਂ ਫਰਵਰੀ 2026 ਤੱਕ ਗ੍ਰੇਟਰ ਟੋਰਾਂਟੋ ਏਰੀਆ ਦੇ ਕਈ ਰਿਟੇਲ ਸਟੋਰਾਂ ਵਿੱਚ ਹੋਈਆਂ। ਦੋਸ਼ੀਆਂ ਨੇ ਕਰਮਚਾਰੀਆਂ ਨੂੰ ਧਿਆਨ ਭਟਕਾ ਕੇ ਉਹਨਾਂ ਦੇ ਲੌਗਇਨ ਵੇਰਵੇ ਦੇਖੇ ਅਤੇ ਰਿਕਾਰਡ ਕੀਤੇ। ਇਨ੍ਹਾਂ ਚੋਰੀ ਕੀਤੀਆਂ ਜਾਣਕਾਰੀਆਂ ਦੀ ਮਦਦ ਨਾਲ ਦੋਸ਼ੀਆਂ ਨੇ ਸਟੋਰ ਸਿਸਟਮਾਂ ਵਿੱਚ ਦਾਖਲ ਹੋ ਕੇ ਸੈਲਫ ਚੈੱਕਆਊਟ ਟਰਮੀਨਲ ਰਾਹੀਂ ਗੈਰ ਕਾਨੂੰਨੀ ਤਰੀਕੇ ਨਾਲ ਗਿਫਟ ਕਾਰਡਸ ਤੇ ਪੈਸੇ ਲੋਡ ਕੀਤੇ। ਪੁਲਿਸ ਮੁਤਾਬਿਕ ਇਹ ਇੱਕ ਸੰਗਠਿਤ ਯੋਜਨਾ ਸੀ ਅਤੇ ਇਸ ਨਾਲ ਕਈ ਸਟੋਰਾਂ ਨੂੰ ਵੱਡਾ ਆਰਥਿਕ ਨੁਕਸਾਨ ਹੋਇਆ ਹੈ। ਜਾਂਚ ਦੌਰਾਨ CCTV ਫੁਟੇਜ ਦੀ ਮਦਦ ਨਾਲ ਪੁਲਿਸ ਨੇ ਇਸ ਗਰੁੱਪ ਨਾਲ ਜੁੜੀਆਂ ਕਰੀਬ 112 ਘਟਨਾਵਾਂ ਦੀ ਪਹਿਚਾਣ ਕੀਤੀ ਹੈ। ਕੁੱਲ ਨੁਕਸਾਨ ਲਗਭਗ $5 ਲੱਖ ਅੰਦਾਜ਼ਾ ਲਗਾਇਆ ਗਿਆ ਹੈ। ਇਸ ਮਾਮਲੇ ਵਿੱਚ 7 ਵਿਅਕਤੀਆਂ ਤੇ ਧੋਖਾਧੜੀ, ਚੋਰੀ ਦੀ ਸੰਪਤੀ ਰੱਖਣ ਤੇ ਕੰਪਿਊਟਰ ਸਿਸਟਮ ਦੀ ਗਲਤ ਵਰਤੋਂ ਸਮੇਤ ਕਈ ਦੋਸ਼ ਲੱਗੇ ਹਨ। ਪੁਲਿਸ ਨੇ ਕੁਝ ਸ਼ੱਕੀਆਂ ਦੀਆਂ ਤਸਵੀਰਾਂ ਵੀ ਜਾਰੀ ਕੀਤੀਆਂ ਹਨ ਅਤੇ ਕਿਹਾ ਹੈ ਕਿ ਹੋਰ ਪੀੜਤ ਵੀ ਹੋ ਸਕਦੇ ਹਨ। ਪੁਲਿਸ ਨੇ ਰਿਟੇਲ ਕਰਮਚਾਰੀਆਂ ਨੂੰ ਚੇਤਾਵਨੀ ਦਿੱਤੀ ਹੈ ਕਿ ਉਹ ਆਪਣੇ ਲੌਗਇਨ ਡਿਟੇਲਸ ਅਤੇ ਪਾਸਵਰਡਸ ਨੂੰ ਸੁਰੱਖਿਅਤ ਰੱਖਣ, ਸ਼ੱਕੀ ਵਿਅਕਤੀਆਂ ਤੋਂ ਸਾਵਧਾਨ ਰਹਿਣ ਅਤੇ ਕਿਸੇ ਵੀ ਸ਼ੱਕੀ ਗਤੀਵਿਧੀ ਨੂੰ ਤੁਰੰਤ ਰਿਪੋਰਟ ਕਰਨ। ਏਅਰ ਇੰਡੀਆ ਦੇ ਇੱਕ ਪਾਇਲਟ ਨੂੰ ਅਮਰੀਕਾ ਤੋਂ ਵਾਪਸ ਭੇਜ ਦਿੱਤਾ ਗਿਆ ਹੈ ਕਿਉਂਕਿ ਉਸ ਦੇ ਬੈਗ ਵਿੱਚ ਮੈਰੀਜੁਆਨਾ ਮਿਲੀ ਸੀ। ਇਹ ਘਟਨਾ ਸੈਨ ਫਰਾਂਸਿਸਕੋ ਇੰਟਰਨੈਸ਼ਨਲ 에ਅਰਪੋਰਟ ਤੇ ਵਾਪਰੀ। ਰਿਪੋਰਟ ਮੁਤਾਬਿਕ ਇਹ ਪਾਇਲਟ ਡਿਊਟੀ ਤੇ ਸੀ, ਪਰ ਉਸ ਸਮੇਂ ਉਹ ਫਲਾਈਟ ਨਹੀਂ ਚਲਾ ਰਿਹਾ ਸੀ ਕਿਉਂਕਿ ਉਹ ਇੱਕ ਹੋਰ ਉਡਾਨ ਲਈ ਕਰੂ ਰੀਪੋਜੀਸ਼ਨਿੰਗ ਦੇ ਤਹਿਤ ਯਾਤਰਾ ਕਰ ਰਿਹਾ ਸੀ। ਉਸ ਦੀ ਡਿਊਟੀ ਕੁਝ ਦਿਨਾਂ ਬਾਅਦ ਕੋਲਕਾਤਾ ਜਾਣ ਵਾਲੀ ਉਡਾਨ ਤੇ ਸੀ। ਅਮਰੀਕੀ ਅਧਿਕਾਰੀਆਂ ਨੇ ਚੈਕਿੰਗ ਦੌਰਾਨ ਉਸ ਦੇ ਸਮਾਨ ਵਿੱਚ ਮੈਰੀਜੁਆਨਾ ਮਿਲਣ ਤੋਂ ਬਾਅਦ ਉਸ ਨੂੰ ਦੇਸ਼ ਵਿੱਚ ਦਾਖਲ ਹੋਣ ਦੀ ਇਜਾਜ਼ਤ ਨਹੀਂ ਦਿੱਤੀ ਅਤੇ ਅਗਲੀ ਉਡਾਨ ਰਾਹੀਂ ਉਸ ਨੂੰ ਭਾਰਤ ਵਾਪਸ ਭੇਜ ਦਿੱਤਾ ਗਿਆ। ਹਾਲਾਂਕਿ ਰਿਪੋਰਟਾਂ ਵਿੱਚ ਇਹ ਵੀ ਕਹਿੰਦੀਆਂ ਹਨ ਕਿ ਉਸਨੇ ਮੈਰੀਜੁਆਨਾ ਵਰਤੋਂ ਨਹੀਂ ਕੀਤੀ ਸੀ, ਪਰ ਸਿਰਫ ਆਪਣੇ ਨਾਲ ਰੱਖਣ ਕਾਰਨ ਵੀ ਅਮਰੀਕੀ ਫੈਡਰਲ ਕਾਨੂੰਨ ਅਧੀਨ ਇਹ ਗੰਭੀਰ ਮਾਮਲਾ ਬਣ ਗਿਆ। ਇਸ ਮਾਮਲੇ ਦੀ ਜਾਂਚ ਹੁਣ ਭਾਰਤ ਦੀ DGCA ਵੱਲੋਂ ਕੀਤੀ ਜਾ ਰਹੀ ਹੈ। ਫਿਲਹਾਲ ਇਹ ਸਪਸ਼ਟ ਨਹੀਂ ਹੈ ਕਿ ਇਹ ਪਦਾਰਥ ਗਲਤੀ ਨਾਲ ਉਸ ਦੇ ਬੈਗ ਵਿੱਚ ਆਇਆ ਸੀ ਜਾਂ ਜਾਣਬੁੱਝ ਕੇ ਰੱਖਿਆ ਗਿਆ ਸੀ ਅਤੇ ਇਸ ਦੀ ਅੱਗੇ ਦੀ ਜਾਂਚ ਜਾਰੀ ਹੈ। ਇਸ ਦੇ ਨਾਲ ਹੀ ਅੱਜ ਦੇ ਬੁਲੇਟਿਨ ਵਿੱਚ ਇੰਨਾ ਹੀ। ਮੈਨੂੰ ਸਿਮਰਨ ਸੰਧੂ ਨੂੰ ਦੇ ਇਜਾਜ਼ਤ। ਤੁਸੀਂ ਇਸ ਤਰ੍ਹਾਂ ਹੀ ਦੇਖਦੇ ਰਹੋ BTV ਬ੍ਰਾਡਕਾਸਟਿੰਗ। ਬੀ ਪੋਜ਼ਿਟਿਵ, ਬੀ ਯੋਰਸੈਲਫ।